ਮੁਨਸ਼ੀ ਪ੍ਰੇਮਚੰਦ ਦਾ ਨੋਵਲ ਨਿਰਮਲਾ ਅੰਕ 8ਵਾਂ। ਜਦੋਂ ਕੋਈ ਗੱਲ ਸਾਡੀ ਇੱਛਾ ਦੇ ਵਿਰੁੱਧ ਵਾਪਰਦੀ ਹੈ ਉਦੋਂ ਦੁੱਖ ਹੁੰਦਾ ਹੈ। ਮਨਸਾ ਰਾਮ ਨੂੰ ਨਿਰਮਲਾ ਕੋਲੋਂ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਉਹ ਉਹਦੀ ਸ਼ਿਕਾਇਤ ਲਾਵੇਗੀ, ਇਸ ਲਈ ਉਹਨੂੰ ਦੁੱਖ ਹੋ ਰਿਹਾ ਸੀ। ਇਹਨੇ ਕਿਉਂ ਮੇਰੀ ਸ਼ਿਕਾਇਤ ਲਾਈ? ਕੀ ਚਾਹੁੰਦੀ ਏ? ਇਹੋ ਕਿ ਉਹ ਮੇਰੇ ਪਤੀ ਦੀ ਕਮਾਈ ਖਾਂਦਾ ਏ, ਪੜ੍ਹਨ ਲਿਖਣ 'ਚ ਪੈਸੇ ਖਰਚ ਹੁੰਦੇ ਹਨ, ਕੱਪੜੇ ਪਾਉਂਦਾ ਹੈ। ਉਹਦੀ ਇਹ ਇੱਛਾ ਹੋਵੇਗੀ ਕਿ ਇਹ ਘਰ ਨਾ ਰਹੇ, ਮੇਰੇ ਨਾ ਰਹਿਣ ਕਰਕੇ ਉਹਦੇ ਰੁਪਏ ਬਚ ਜਾਣਗੇ। ਉਹ ਮੇਰੇ ਨਾਲ ਬਹੁਤ ਖੁਸ਼ ਰਹਿੰਦੀ ਹੈ। ਕਦੀ ਮੈਂ ਉਹਦੇ ਮੂੰਹੋਂ ਮਾੜੇ ਸ਼ਬਦ ਨਹੀਂ ਸਨ ਸੁਣੇ। ਕਿ ਇਹ ਸਭ ਝੂਠ ਹੈ? ਹੋ ਸਕਦਾ ਹੈ। ਚਿੜੀ ਨੂੰ ਜਾਲ 'ਚ ਫਸਾਉਣ ਤੋਂ ਪਹਿਲਾਂ ਸ਼ਿਕਾਰੀ ਦਾਣੇ ਖਿਲਾਰਦਾ ਹੈ। ਓਹੋ, ਮੈਂ ਨਹੀਂ ਸਾਂ ਜਾਣਦਾ ਕਿ ਦਾਣਿਆਂ ਥੱਲੇ ਜਾਲ ਹੈ। ਇਹ ਮਾਂ ਪਿਆਰ ਸਿਰਫ ਮੇਰੇ ਦੇਸ਼ ਨਿਕਾਲੇ ਦੀ ਭੂਮਿਕਾ ਹੈ। ਇਹਨੂੰ ਮੇਰਾ ਇੱਥੇ ਰਹਿਣਾ ਬੁਰਾ ਕਿਉਂ ਲੱਗਦਾ ਹੈ? ਜਿਹੜਾ ਉਹਦਾ ਪਤੀ ਹੈ, ਕਿ ਉਹ ਮੇਰਾ ਪਿਓ ਨਹੀਂ? ਕਿ ਪਿਓ ਪੁੱਤ ਦਾ ਸਬੰਧ ਇਸਤਰੀ ਮਰਦ ਦੇ ਸਬੰਧ ਨਾਲੋਂ ਘੱਟ ਮੋਹ ਭਿੱਜਾ ਹੈ? ਫਿਰ ਉਹ ਕਿਉਂ ਮੈਨੂੰ ਪਿਤਾ ਪਿਆਰ ਤੋਂ ਵੰਚਿਤ ਕਰਨਾ ਚਾਹੁੰਦੀ ਹੈ? ਕਿ ਉਹ ਮੈਨੂੰ ਆਪਣੇ ਸਾਮਰਾਜ ਵਿੱਚ ਇੱਕ ਉਂਗਲ ਵੀ ਜ਼ਮੀਨ ਨਹੀਂ ਦੇਣਾ ਚਾਹੁੰਦੀ? ਖੁਦ ਪੱਕੇ ਮਹਿਲ 'ਚ ਰਹਿ ਕੇ ਕਿਉਂ ਮੈਨੂੰ ਦਰਖਤ ਦੀ ਛਾਂ ਥੱਲੇ ਵੀ ਬੈਠਾ ਨਹੀਂ ਦੇਖ ਸਕਦੀ? ਹਾਂ, ਉਹ ਸਮਝਦੀ ਹੋਵੇਗੀ ਕਿ ਇਹ ਵੱਡਾ ਹੋ ਕੇ ਮੇਰੇ ਪਤੀ ਦੀ ਸੰਪਤੀ ਦਾ ਮਾਲਕ ਬਣ ਜਾਵੇਗਾ, ਇਸ ਕਰਕੇ ਹੁਣੇ ਹੀ ਕੱਢ ਦੇਣਾ ਬਿਹਤਰ ਹੈ। ਉਹਨੂੰ ਕਿੰਜ ਵਿਸ਼ਵਾਸ ਦਿਵਾਵਾਂ ਕਿ ਮੇਰੇ ਵੱਲੋਂ ਕੋਈ ਅਜਿਹਾ ਸ਼ੱਕ ਮਨ 'ਚ ਨਾ ਰੱਖੇ? ਉਹਨੂੰ ਕਿੰਜ ਦੱਸਾਂ ਕਿ ਮਨਸਾ ਰਾਮ ਜ਼ਹਿਰ ਖਾ ਕੇ ਮਰ ਜਾਵੇਗਾ ਇਸ ਤੋਂ ਪਹਿਲਾਂ ਕਿ ਉਹਦਾ ਕੋਈ ਨੁਕਸਾਨ ਕਰੇ? ਭਾਵੇਂ ਕਿੰਨੀਆਂ ਹੀ ਮੁਸ਼ਕਲਾਂ ਕਿਉਂ ਨਾ ਸਹਿਣੀਆਂ ਪੈਣ, ਉਹਦਾ ਦਿਲ ਨਹੀਂ ਦਿਖਾਵਾਂਗਾ। ਉਂਝ ਤਾਂ ਪਿਤਾ ਜੀ ਨੇ ਮੈਨੂੰ ਜਨਮ ਦਿੱਤਾ ਹੈ ਤੇ ਹੁਣ ਵੀ ਮੇਰੇ ਨਾਲ ਉਹਨਾਂ ਦਾ ਅਥਾਹ ਪਿਆਰ ਹੈ, ਪਰ ਕੀ ਮੈਂ ਇੰਨਾ ਵੀ ਨਹੀਂ ਸਮਝਦਾ ਕਿ ਜਿਸ ਦਿਨ ਪਿਤਾ ਜੀ ਨੇ ਉਹਦੇ ਨਾਲ ਵਿਆਹ ਕੀਤਾ ਉਸੇ ਦਿਨ ਤੋਂ ਉਹਨਾਂ ਨੇ ਸਾਨੂੰ ਆਪਣੇ ਦਿਲ 'ਚੋਂ ਬਾਹਰ ਕੱਢ ਦਿੱਤਾ। ਹੁਣ ਅਸੀਂ ਯਤੀਮਾਂ ਵਾਂਗ ਇੱਥੇ ਰਹਿੰਦੇ ਹਾਂ। ਇਸ ਘਰ ਤੇ ਸਾਡਾ ਅਧਿਕਾਰ ਨਹੀਂ ਰਿਹਾ। ਭਾਵੇਂ ਕਿ ਸੰਸਕਾਰਾਂ ਦੇ ਕਾਰਨ ਇੱਥੇ ਦੂਜਿਆਂ ਯਤੀਮਾਂ ਨਾਲੋਂ ਸਾਡੀ ਹਾਲਤ ਕੁਝ ਚੰਗੀ ਹੈ, ਪਰ ਹੈ ਤਾਂ ਅਸੀਂ ਯਤੀਮ ਹੀ। ਅਸੀਂ ਉਸੇ ਦਿਨ ਯਤੀਮ ਹੋ ਗਏ ਸਾਂ ਜਿਸ ਦਿਨ ਮਾਂ ਮਰ ਗਈ ਸੀ। ਜੇ ਕੋਈ ਕਸਰ ਰਹਿ ਗਈ ਸੀ ਉਹ ਇਸ ਵਿਆਹ ਨੇ ਪੂਰੀ ਕਰ ਦਿੱਤੀ। ਮੈਂ ਤਾਂ ਪਹਿਲਾਂ ਤੋਂ ਹੀ ਉਹਦੇ ਨਾਲ ਕੋਈ ਵਿਸ਼ੇਸ਼ ਸਬੰਧ ਨਹੀਂ ਸਾਂ ਰੱਖਦਾ। ਜੇਕਰ ਉਹਨਾਂ ਦਿਨਾਂ 'ਚ ਪਿਤਾ ਜੀ ਕੋਲ ਮੇਰੀ ਸ਼ਿਕਾਇਤ ਕੀਤੀ ਹੁੰਦੀ ਤਾਂ ਸ਼ਾਇਦ ਮੈਨੂੰ ਇੰਨਾ ਦੁੱਖ ਨਾ ਹੁੰਦਾ। ਮੈਂ ਤਾਂ ਇਸ ਸੱਟ ਲਈ ਤਿਆਰ ਬੈਠਾ ਸਾਂ। ਕੀ ਮੈਂ ਐਡੀ ਵੱਡੀ ਦੁਨੀਆ 'ਚ ਮਜ਼ਦੂਰੀ ਵੀ ਨਹੀਂ ਕਰ ਸਕਦਾ? ਪਰ ਇਹਨਾਂ ਨੇ ਗਲਤ ਟਾਈਮ ਤੇ ਧੱਕਾ ਕੀਤਾ। ਹਿੰਸਕ ਪਸ਼ੂ ਵੀ ਆਦਮੀ ਨੂੰ ਬੇਖਬਰ ਸਮਝ ਕੇ ਧੱਕਾ ਮਾਰਦਾ ਹੈ। ਇਸੇ ਕਰਕੇ ਮੇਰੀ ਇੰਨੀ ਆਓ ਭਗਤ ਹੁੰਦੀ ਸੀ। ਰੋਟੀ ਖਾਣ ਵੇਲੇ ਜਰਾ ਜਿੰਨੀ ਦੇਰ ਹੋ ਜਾਂਦੀ ਤਾਂ ਸੁਨੇਹੇ ਆਉਣੇ ਸ਼ੁਰੂ ਹੋ ਜਾਂਦੇ ਸਨ। ਨਾਸ਼ਤੇ 'ਚ ਸਵੇਰੇ ਸਵੇਰੇ ਤਾਜ਼ਾ ਹਲਵਾ ਬਣਦਾ ਸੀ। ਬਾਰ-ਬਾਰ ਪੁੱਛਿਆ ਜਾਂਦਾ ਸੀ ਪੈਸਿਆਂ ਦੀ ਜ਼ਰੂਰਤ ਤਾਂ ਨਹੀਂ। ਇਸੇ ਕਰਕੇ ਉਹ 100 ਦੀ ਘੜੀ ਮੰਗਵਾਈ ਗਈ ਸੀ। ਪਰ ਕੀ ਉਹਨੂੰ ਕੋਈ ਦੂਸਰੀ ਸ਼ਿਕਾਇਤ ਨਾ ਸੁੱਝੀ? ਜਿਹੜਾ ਮੈਨੂੰ ਅਵਾਰਾ ਕਹਿ ਦਿੱਤਾ। ਆਖਿਰ ਉਹਨੇ ਮੇਰੀ ਕਿਹੜੀ ਅਵਾਰਗੀ ਵੇਖੀ ਹੈ? ਇਹ ਆਖ ਸਕਦੀ ਸੀ ਕਿ ਇਹਦਾ ਮਨ ਪੜ੍ਹਨ ਲਿਖਣ 'ਚ ਨਹੀਂ ਲੱਗਦਾ, ਕਿਸੇ ਨਾ ਕਿਸੇ ਚੀਜ਼ ਲਈ ਹਮੇਸ਼ਾ ਪੈਸੇ ਮੰਗਦਾ ਰਹਿੰਦਾ ਹੈ। ਇਹੋ ਇੱਕ ਗੱਲ ਉਹਨੂੰ ਕਿਉਂ ਸੁੱਝੀ? ਸ਼ਾਇਦ ਇਸ ਲਈ ਕਿ ਇਹ ਸਭ ਤੋਂ ਜ਼ੋਰਦਾਰ ਸੱਟ ਹੈ ਜਿਹੜੀ ਮੈਨੂੰ ਮਾਰ ਸਕਦੀ ਹੈ। ਪਹਿਲੀ ਵਾਰ ਹੀ ਮੇਰੇ ਤੇ ਅਗਨ ਬਾਣ ਚਲਾ ਦਿੱਤੇ, ਜਿਸ ਕਰਕੇ ਮੈਨੂੰ ਕਿਤੇ ਸਹਾਰਾ ਨਾ ਮਿਲਿਆ। ਇਸੇ ਲਈ ਕਿ ਮੇਰੇ ਪਿਓ ਦੀਆਂ ਨਜ਼ਰਾਂ ਤੋਂ ਡਿੱਗ ਜਾਏ। ਮੈਨੂੰ ਹੋਸਟਲ 'ਚ ਰੱਖਣ ਦਾ ਤਾਂ ਇੱਕ ਬਹਾਨਾ ਸੀ। 2-4 ਮਹੀਨਿਆਂ ਬਾਅਦ ਖਰਚਾ ਦੇਣਾ ਬੰਦ ਕਰ ਦਿੱਤਾ ਜਾਂਦਾ, ਫਿਰ ਭਾਵੇਂ ਮਰੇ ਜਾਂ ਜੀਵੇ। ਜੇਕਰ ਮੈਨੂੰ ਪਤਾ ਹੁੰਦਾ ਕਿ ਇਹ ਅੱਗ ਇਹਦੀ ਲਾਈ ਹੋਈ ਹੈ ਤਾਂ ਪਹਿਲਾਂ ਹੀ ਕਿਤੇ ਰਹਿਣ ਲਈ ਥਾਂ ਲੱਭ ਲੈਂਦਾ। ਨੌਕਰਾਂ ਦੀਆਂ ਕੋਠੜੀਆਂ 'ਚ ਤਾਂ ਜਗ੍ਹਾ ਮਿਲ ਹੀ ਜਾਂਦੀ, ਵਿਹੜੇ 'ਚ ਪਏ ਰਹਿਣ ਲਈ ਬਹੁਤ ਜਗ੍ਹਾ ਸੀ। ਖੈਰ, ਜਦ ਪਿਆਰ ਹੀ ਨਹੀਂ ਰਿਹਾ ਤਾਂ ਢਿੱਡ ਭਰਨ ਲਈ ਇੱਥੇ ਖੜੇ ਰਹਿਣਾ ਬੇਸ਼ਰਮੀ ਹੈ। ਇਹ ਘਰ ਹੁਣ ਮੇਰਾ ਨਹੀਂ ਰਿਹਾ। ਇਸ ਘਰ 'ਚ ਪੈਦਾ ਹੋਇਆ, ਇੱਥੇ ਹੀ ਖੇਡਿਆ, ਪਰ ਹੁਣ ਇਹ ਮੇਰਾ ਨਹੀਂ ਰਿਹਾ। ਪਿਤਾ ਜੀ ਵੀ ਮੇਰੇ ਪਿਤਾ ਨਹੀਂ ਰਹੇ। ਸੰਸਾਰ ਦੇ ਸਾਰੇ ਰਿਸ਼ਤੇ ਪਿਆਰ ਦੇ ਰਿਸ਼ਤੇ ਹਨ। ਜਿੱਥੇ ਪਿਆਰ ਨਹੀਂ ਉੱਥੇ ਕੁਝ ਨਹੀਂ। ਹਾਏ ਮਾਂ ਜੀ, ਤੁਸੀਂ ਕਿੱਥੇ ਹੋ? ਇਹ ਸੋਚ ਕੇ ਮਨਸਾ ਰਾਮ ਰੋਣ ਲੱਗਾ। ਜਿਵੇਂ ਜਿਵੇਂ ਮਾਂ ਪਿਆਰ ਦੀਆਂ ਪੁਰਾਣੀਆਂ ਯਾਦਾਂ ਯਾਦ ਆਉਂਦੀਆਂ ਉਹਦੇ ਅੱਥਰੂ ਨਿਕਲਦੇ ਆ ਰਹੇ ਸਨ। ਉਹ ਮਾਂ ਕਹਿ ਕੇ ਆਵਾਜ਼ਾਂ ਮਾਰਨ ਲੱਗਾ ਜਿਵੇਂ ਉਹ ਖੜੀ ਸੁਣ ਰਹੀ ਹੋਵੇ। ਮਾਂ ਦੀ ਗੈਰ ਹਾਜ਼ਰੀ ਅੱਜ ਉਹਨੂੰ ਪਹਿਲੀ ਵਾਰ ਮਹਿਸੂਸ ਹੋਈ। ਉਹ ਅਣਖੀ ਸੀ, ਸਾਂਸੀ ਸੀ, ਪਰ ਹੁਣ ਤੱਕ ਸੁੱਖਾਂ ਭਰੀ ਗੋਦ 'ਚ ਪਾਲਣ ਪੋਸ਼ਣ ਹੋਣ ਕਾਰਨ ਉਹ ਆਪਣੇ ਆਪ ਨੂੰ ਸੁਖੀ ਸਮਝ ਰਿਹਾ ਸੀ। ਰਾਤ ਦੇ 10 ਵੱਜ ਚੁੱਕੇ ਸਨ। ਮੁਨਸ਼ੀ ਜੀ ਅੱਜ ਕਿਤੇ ਦਾਵਤ ਖਾਨ ਗਏ ਹੋਏ ਸਨ। ਨੌਕਰਾਨੀ 2 ਵਾਰ ਮਨਸਾ ਰਾਮ ਨੂੰ ਖਾਣਾ ਖਾਣ ਵਾਸਤੇ ਬੁਲਾਉਣ ਆ ਚੁੱਕੀ ਸੀ। ਮਨਸਾ ਰਾਮ ਨੇ ਪਿਛਲੀ ਵਾਰ ਉਸਨੂੰ ਝੁੰਝਲਾ ਕੇ ਕਿਹਾ ਸੀ, ਮੈਨੂੰ ਭੁੱਖ ਨਹੀਂ, ਮੈਂ ਨਹੀਂ ਕੁਝ ਖਾਣਾ।
ਬਾਰ-ਬਾਰ ਆ ਕੇ ਸਿਰ ਤੇ ਚੜ ਜਾਂਦੀ ਏ। ਇਸ ਕਰਕੇ ਜਦੋਂ ਨਿਰਮਲਾ ਨੇ ਉਹਨੂੰ ਫਿਰ ਇਹੋ ਕੰਮ ਕਰਨ ਲਈ ਭੇਜਣਾ ਚਾਹਿਆ ਤਾਂ ਉਹ ਨਾ ਗਈ। ਕਹਿਣ ਲੱਗੀ, ਬਹੂ ਜੀ ਉਹਨੇ ਮੇਰੇ ਕਹਿਣ ਤੇ ਨਹੀਂ ਆਉਣਾ। ਨਿਰਮਲਾ, ਆਉਣਾ ਕਿਵੇਂ ਨਹੀਂ? ਜਾ ਕੇ ਕਹਿ ਰੋਟੀ ਠੰਡੀ ਹੋ ਰਹੀ ਹੈ, 2-4 ਗਰਾਈਆਂ ਹੀ ਖਾ ਲਵੇ। ਪੂੰਗੀ, ਮੈਂ ਕਹਿ ਕੇ ਹਾਰ ਗਈ ਹਾਂ, ਨਹੀਂ ਆਉਂਦਾ। ਨਿਰਮਲਾ, ਤੂੰ ਇਹ ਕਿਹਾ ਸੀ ਕਿ ਉਹ ਬੈਠੀ ਹੋਈ ਏ? ਪੂੰਗੀ, ਨਹੀਂ ਬਹੂ ਜੀ, ਮੈਂ ਇਹ ਤਾਂ ਨਹੀਂ ਕਿਹਾ, ਝੂਠ ਕਿਉਂ ਬੋਲਾਂ? ਨਿਰਮਲਾ, ਅੱਛਾ, ਜਾ ਕੇ ਕਹਿ ਉਹ ਬੈਠੀ ਤੈਨੂੰ ਉਡੀਕ ਰਹੀ ਹੈ, ਤੂੰ ਨਾ ਆਇਆ ਤਾਂ ਉਹ ਖਾਣਾ ਸਾਂਭ ਕੇ ਸੌਂ ਜਾਵੇਗੀ। ਸੁਣ ਮੇਰੀ ਪੂੰਗੀ, ਇਸ ਵਾਰ ਚਲੀ ਜਾ, ਜੇ ਨਾ ਆਵੇ ਤਾਂ ਚੁੱਕ ਲਿਆਵੇਂ। ਪੂੰਗੀ ਨੱਕ ਮੂੰਹ ਮਰੋੜਦੀ ਹੋਈ ਗਈ ਅਤੇ ਦੂਸਰੇ ਹੀ ਪਲ ਆ ਕੇ ਕਹਿਣ ਲੱਗੀ, ਬਹੂ ਜੀ ਉਹ ਤਾਂ ਰੋ ਰਿਹਾ ਏ, ਕੀ ਕਿਸੇ ਨੇ ਕੁਝ ਕਿਹਾ ਏ? ਨਿਰਮਲਾ ਹੈਰਾਨ ਹੁੰਦਿਆਂ ਉੱਠੀ ਤੇ 2-3 ਕਦਮ ਅੱਗੇ ਵਧੀ, ਜਿਵੇਂ ਕਿਸੇ ਮਾਂ ਨੇ ਆਪਣੇ ਬੇਟੇ ਦੇ ਖੂਹ 'ਚ ਡਿੱਗਣ ਦੀ ਖਬਰ ਸੁਣੀ ਹੋਵੇ। ਫਿਰ ਉਹ ਘਬਰਾ ਗਈ ਤੇ ਪੂੰਗੀ ਨੂੰ ਪੁੱਛਣ ਲੱਗੀ, ਰੋ ਰਿਹਾ ਏ? ਤੂੰ ਪੁੱਛਿਆ ਨਹੀਂ ਕਿਉਂ ਰੋ ਰਿਹਾ ਏ? ਪੂੰਗੀ, ਨਹੀਂ ਬਹੂ ਜੀ, ਇਹ ਤਾਂ ਮੈਂ ਨਹੀਂ ਪੁੱਛਿਆ, ਝੂਠ ਕਿਉਂ ਬੋਲਾਂ? ਉਹ ਰੋ ਰਿਹਾ ਹੈ, ਇਸ ਖਾਮੋਸ਼ ਰਾਤ 'ਚ ਇਕੱਲਾ ਬੈਠਾ ਉਹ ਰੋ ਰਿਹਾ ਏ। ਮਾਂ ਦੀ ਯਾਦ ਆ ਗਈ ਹੋਣੀ ਏ। ਉਹਨੂੰ ਕਿੰਜ ਜਾ ਕੇ ਸਮਝਾਵਾਂ? ਹਾਏ, ਕਿੰਜ ਸਮਝਾਵਾਂ? ਇੱਥੇ ਤਾਂ ਛਿੱਕ ਮਾਰਨ ਤੇ ਵੀ ਬਦਨਾਮੀ ਹੋਣ ਦਾ ਡਰ ਰਹਿੰਦਾ ਏ। ਰੱਬਾ, ਤੂੰ ਹੀ ਗਵਾਹ ਏ, ਜੇਕਰ ਮੈਂ ਉਹਨੂੰ ਭੁੱਲ ਕੇ ਵੀ ਕੁਝ ਕਿਹਾ ਹੋਵੇ ਤਾਂ ਉਹ ਮੇਰੇ ਸਾਹਮਣੇ ਆਵੇ। ਉਹ ਦਿਲੋਂ ਸਮਝਦਾ ਹੋਵੇਗਾ ਕਿ ਇਹਨੇ ਹੀ ਪਿਤਾ ਜੀ ਨੂੰ ਸ਼ਿਕਾਇਤ ਲਾਈ ਹੋਣੀ ਏ। ਕਿੰਜ ਵਿਸ਼ਵਾਸ ਦਿਵਾਵਾਂ ਕਿ ਮੈਂ ਕਦੀ ਤੇਰੇ ਵਿਰੁੱਧ ਇੱਕ ਸ਼ਬਦ ਵੀ ਮੂੰਹੋਂ ਨਹੀਂ ਕੱਢਿਆ। ਜੇਕਰ ਮੈਂ ਆਪਣੇ ਪਵਿੱਤਰ ਤੇ ਸਮਝਦਾਰ ਨੌਜਵਾਨ ਦਾ ਬੁਰਾ ਚਾਹਾਂ ਤਾਂ ਮੇਰੇ ਤੋਂ ਵੱਡੀ ਚੁੜੇਲ ਇਸ ਦੁਨੀਆ ਤੇ ਨਹੀਂ ਹੋਣੀ। ਨਿਰਮਲਾ ਵੇਖ ਰਹੀ ਸੀ ਕਿ ਮਨਸਾ ਰਾਮ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਉਹ ਦਿਨੋਂ ਦਿਨ ਪਤਲਾ ਹੁੰਦਾ ਜਾ ਰਿਹਾ ਹੈ। ਉਹਦੇ ਚਿਹਰੇ ਦੀ ਚਮਕ ਦਿਨੋਂ ਦਿਨ ਮੈਲੀ ਹੁੰਦੀ ਜਾ ਰਹੀ ਹੈ। ਉਹਦਾ ਸਾਰਾ ਸਰੀਰ ਸੁੰਗੜਦਾ ਜਾ ਰਿਹਾ ਹੈ। ਇਹਦਾ ਕਾਰਨ ਵੀ ਉਹਦੇ ਕੋਲੋਂ ਲੁਕਿਆ ਹੋਇਆ ਨਹੀਂ ਸੀ, ਪਰ ਇਸ ਵਿਸ਼ੇ 'ਚ ਉਹ ਆਪਣੇ ਪਤੀ ਨੂੰ ਕੁਝ ਨਹੀਂ ਸੀ ਕਹਿ ਸਕਦੀ। ਇਹ ਵੇਖ ਕੇ ਉਹਦਾ ਦਿਲ ਡੁੱਬਦਾ ਜਾਂਦਾ ਸੀ, ਪਰ ਉਹਦੀ ਜ਼ੁਬਾਨ ਨਹੀਂ ਸੀ ਖੁੱਲ੍ਹਦੀ। ਉਹ ਕਦੀ-ਕਦੀ ਮਨ 'ਚ ਘਬਰਾਉਂਦੀ ਕਿ ਮਨਸਾ ਰਾਮ ਕਾਹਦੇ ਲਈ ਛੋਟੀ ਜਿਹੀ ਗੱਲ ਤੇ ਇੰਨਾ ਗੁੱਸਾ ਕਰਦਾ ਹੈ ਕਿ ਇਹਨਾਂ ਦੇ ਅਵਾਰਾ ਕਹਿਣ ਨਾਲੋਂ ਅਵਾਰਾ ਹੋ ਗਿਆ। ਮੇਰੀ ਹੋਰ ਗੱਲ ਹੈ, ਇੱਕ ਛੋਟਾ ਜਿਹਾ ਸ਼ੱਕ ਮੇਰਾ ਨੁਕਸਾਨ ਕਰ ਸਕਦਾ ਹੈ, ਪਰ ਉਹਨੂੰ ਅਜਿਹੀਆਂ ਗੱਲਾਂ ਦੀ ਕੀ ਪਰਵਾਹ। ਉਹਦੇ ਮਨ 'ਚ ਤੀਬਰ ਇੱਛਾ ਜਾਗੀ ਕਿ ਜਾ ਕੇ ਉਹਨੂੰ ਚੁੱਪ ਕਰਾਵੇ ਤੇ ਲਿਆ ਕੇ ਰੋਟੀ ਖਵਾਵੇ। ਵਿਚਾਰਾ ਸਾਰੀ ਰਾਤ ਭੁੱਖਾ ਸੁੱਤਾ ਰਹੇਗਾ। ਹਾਏ, ਮੈਂ ਹੀ ਇਸ ਮੁਸੀਬਤ ਦੀ ਜੜ ਹਾਂ। ਮੇਰੇ ਆਉਣ ਤੋਂ ਪਹਿਲਾਂ ਇਸ ਘਰ 'ਚ ਸ਼ਾਂਤੀ ਦਾ ਰਾਜ ਸੀ। ਪਿਓ ਬੱਚਿਆਂ ਤੇ ਜਾਨ ਛਿੜਕਦਾ ਸੀ, ਬੱਚੇ ਪਿਓ ਨੂੰ ਪਿਆਰ ਕਰਦੇ ਸਨ। ਮੇਰੇ ਆਉਂਦਿਆਂ ਹੀ ਸਾਰੀਆਂ ਸਮੱਸਿਆਵਾਂ ਖੜੀਆਂ ਹੋਈਆਂ। ਇਹਨਾਂ ਦਾ ਅੰਤ ਕੀ ਹੋਵੇਗਾ? ਰੱਬ ਹੀ ਜਾਣਦਾ ਹੈ। ਰੱਬ ਮੈਨੂੰ ਮੌਤ ਵੀ ਨਹੀਂ ਬਖਸ਼ਦਾ। ਵਿਚਾਰਾ ਇਕੱਲਾ ਭੁੱਖਾ ਬੈਠਾ ਹੈ। ਸਵੇਰੇ ਵੀ ਮੂੰਹ ਜੂਠਾ ਕਰਕੇ ਉੱਠ ਖਲੋਤਾ ਸੀ। ਉਹ ਖਾਂਦਾ ਵੀ ਕਿੰਨਾ ਕੁ ਹੈ? ਜਿੰਨਾ ਉਹ ਖਾਂਦਾ ਹੈ ਉਹਨਾਂ ਤਾਂ 1-2 ਸਾਲ ਦੇ ਬੱਚੇ ਖਾ ਜਾਂਦੇ ਹਨ। ਨਿਰਮਲਾ ਗਈ, ਪਤੀ ਦੀ ਇੱਛਾ ਦੇ ਵਿਰੁੱਧ ਗਈ। ਜਿਹੜਾ ਰਿਸ਼ਤੇ 'ਚ ਉਹਦਾ ਪੁੱਤ ਲੱਗਦਾ ਸੀ, ਉਹਨੂੰ ਮਨਾਉਣ ਜਾਂਦਿਆਂ ਉਹਦਾ ਦਿਲ ਕੰਬ ਰਿਹਾ ਸੀ। ਉਹਨੇ ਪਹਿਲਾਂ ਰੁਕਮਣੀ ਦੇ ਕਮਰੇ ਵੱਲ ਵੇਖਿਆ। ਉਹ ਰੋਟੀ ਖਾ ਕੇ ਬੇਖਬਰ ਸੁੱਤੀ ਪਈ ਸੀ। ਫਿਰ ਬਾਹਰ ਵਾਲੇ ਕਮਰੇ ਵੱਲ ਗਈ, ਉੱਥੇ ਵੀ ਸੰਨਾਟਾ ਸੀ। ਮੁਨਸ਼ੀ ਜੀ ਹਜੇ ਆਏ ਨਹੀਂ ਸਨ। ਇਹ ਸਭ ਦੇਖਭਾਲ ਕੇ ਉਹ ਮਨਸਾ ਰਾਮ ਦੇ ਕਮਰੇ ਅੱਗੇ ਜਾ ਪਹੁੰਚੀ। ਕਮਰਾ ਖੁੱਲ੍ਹਾ ਹੋਇਆ ਸੀ। ਮਨਸਾ ਰਾਮ ਕਿਤਾਬ ਸਾਹਮਣੇ ਰੱਖ ਕੇ ਮੇਜ਼ ਤੇ ਸਿਰ ਰੱਖੀ ਬੈਠਾ ਸੀ, ਜਿਵੇਂ ਦੁੱਖ ਤੇ ਚਿੰਤਾ ਦੀ ਸੰਜੀਵ ਮੂਰਤੀ ਹੋਵੇ। ਨਿਰਮਲਾ ਨੇ ਆਵਾਜ਼ ਦੇਣੀ ਚਾਹੀ, ਪਰ ਉਹਦੇ ਗਲੇ 'ਚੋਂ ਆਵਾਜ਼ ਨਾ ਨਿਕਲੀ। ਸਹਿਮੇ ਹੋਏ ਮਨਸਾ ਰਾਮ ਨੇ ਸਿਰ ਉੱਪਰ ਚੁੱਕ ਕੇ ਦਰਵਾਜ਼ੇ ਵੱਲ ਵੇਖਿਆ। ਹੈਰਾਨ ਹੋ ਕੇ ਬੋਲਿਆ, ਕੌਣ? ਨਿਰਮਲਾ ਨੇ ਕੰਬਦੀ ਹੋਈ ਆਵਾਜ਼ 'ਚ ਕਿਹਾ, ਮੈਂ ਹਾਂ। ਰੋਟੀ ਖਾਣ ਕਿਉਂ ਨਹੀਂ ਆ ਰਿਹਾ? ਕਿੰਨੀ ਰਾਤ ਹੋ ਗਈ ਹੈ? ਮਨਸਾ ਰਾਮ ਨੇ ਮੂੰਹ ਭੁਆ ਕੇ ਕਿਹਾ, ਮੈਨੂੰ ਭੁੱਖ ਨਹੀਂ। ਨਿਰਮਲਾ, ਇਹ ਤਾਂ ਮੈਂ 3 ਵਾਰ ਭੁੰਗੀ ਕੋਲੋਂ ਵੀ ਸੁਣ ਚੁੱਕੀ ਹਾਂ। ਮਨਸਾ ਰਾਮ, ਚੌਥੀ ਵਾਰ ਮੇਰੇ ਮੂੰਹੋਂ ਸੁਣ ਲਓ। ਨਿਰਮਲਾ, ਸ਼ਾਮ ਨੂੰ ਵੀ ਕੁਝ ਨਹੀਂ ਸੀ ਖਾਧਾ, ਫਿਰ ਭੁੱਖ ਕਿਉਂ ਨਹੀਂ ਲੱਗੀ? ਮਨਸਾ ਰਾਮ ਨੇ ਵਿਅੰਗ ਨਾਲ ਹੱਸਦਿਆਂ ਕਿਹਾ, ਜ਼ਿਆਦਾ ਖਾਵਾਂਗਾ ਤਾਂ ਅਨਾਜ ਕਿੱਥੋਂ ਆਊਗਾ? ਇੰਨਾ ਕਹਿੰਦਿਆਂ ਮਨਸਾ ਰਾਮ ਨੇ ਕਮਰੇ ਦਾ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਿਰਮਲਾ ਦਰਵਾਜ਼ੇ ਦੇ ਤਖਤਿਆਂ ਨੂੰ ਪਰੇ ਹਟਾ ਕੇ ਕਮਰੇ ਅੰਦਰ ਲੰਘ ਗਈ ਅਤੇ ਮਨਸਾ ਰਾਮ ਦਾ ਹੱਥ ਫੜ ਕੇ ਨਮ ਅੱਖਾਂ ਨਾਲ ਬੇਨਤੀ ਕਰਨ ਵਾਲੀ ਆਵਾਜ਼ 'ਚ ਕਹਿਣ ਲੱਗੀ, ਮੇਰੇ ਕਹਿਣ ਤੇ ਥੋੜਾ ਜਿਹਾ ਖਾ ਲੈ। ਤੂੰ ਨਹੀਂ ਖਾਵੇਂਗਾ ਤਾਂ ਮੈਂ ਵੀ ਜਾ ਕੇ ਸੌਂ ਜਾਵਾਂਗੀ। 2 ਗਰਾਈਆਂ ਹੀ ਖਾ ਲੈ, ਕਿ ਮੈਨੂੰ ਸਾਰੀ ਰਾਤ ਭੁੱਖੀ ਮਾਰਨਾ ਏ? ਮਨਸਾ ਰਾਮ ਸੋਚਣ ਲੱਗ ਪਿਆ, ਹਜੇ ਖਾਣਾ ਨਹੀਂ ਖਾਧਾ, ਮੇਰੇ ਇੰਤਜ਼ਾਰ 'ਚ ਬੈਠੀ ਰਹੀ। ਇਹ ਪਿਆਰ, ਸਨੇਹ ਤੇ ਨਿਮਰਤਾ ਦੀ ਦੇਵੀ ਹੈ ਜਾਂ ਈਰਖਾ ਦੀ ਮੂਰਤ? ਉਹਨੂੰ ਆਪਣੀ ਮਾਂ ਦੀ ਯਾਦ ਆ ਗਈ। ਜਦੋਂ ਉਹ ਰੁੱਸਦਾ ਸੀ ਤਾਂ ਉਹ ਵੀ ਇੰਝ ਹੀ ਮਨਾਉਣ ਆਉਂਦੀ ਸੀ, ਤੇ ਜਦੋਂ ਤੱਕ ਉਹ ਤੁਰਦਾ ਨਹੀਂ ਸੀ ਉਹ ਵੀ ਉੱਥੋਂ ਨਹੀਂ ਸੀ ਹਿਲਦੀ। ਮਨਸਾ ਰਾਮ ਇਸ ਬੇਨਤੀ ਨੂੰ ਅਸਵੀਕਾਰ ਨਾ ਕਰ ਸਕਿਆ। ਕਹਿਣ ਲੱਗਾ, ਮੇਰੇ ਕਾਰਨ ਤੁਹਾਨੂੰ ਇੰਨਾ ਕਸ਼ਟ ਸਹਿਣਾ ਪਿਆ, ਮੈਨੂੰ ਇਸ ਦਾ ਅਹਿਸਾਸ ਹੈ।
ਜੇਕਰ ਮੈਨੂੰ ਪਤਾ ਹੁੰਦਾ ਕਿ ਤੁਸੀਂ ਮੈਨੂੰ ਉਡੀਕ ਰਹੇ ਹੋ ਤਾਂ ਮੈਂ ਕਦੋਂ ਦਾ ਖਾਣਾ ਖਾ ਆਉਂਦਾ। ਨਿਰਮਲਾ ਨੇ ਨਿਮਰਤਾ ਨਾਲ ਕਿਹਾ, ਤੂੰ ਇਹ ਕਿਵੇਂ ਸਮਝ ਲਿਆ ਕਿ ਤੂੰ ਭੁੱਖਾ ਰਹੇਗਾ ਤੇ ਮੈਂ ਰੋਟੀ ਖਾ ਕੇ ਸੌਂ ਜਾਵਾਂਗੀ? ਕੀ ਮਤਰੇਈ ਮਾਂ ਹੋਣ ਕਰਕੇ ਹੀ ਮੈਂ ਸਵਾਰਥੀ ਹੋ ਜਾਵਾਂਗੀ? ਅਚਾਨਕ ਨਾਲ ਦੇ ਕਮਰੇ 'ਚੋਂ ਮੁਨਸ਼ੀ ਜੀ ਦੇ ਖੰਘਣ ਦੀ ਆਵਾਜ਼ ਆਈ। ਇੰਜ ਲੱਗਾ ਜਿਵੇਂ ਉਹ ਮਨਸਾ ਰਾਮ ਦੇ ਕਮਰੇ ਵੱਲ ਹੀ ਆ ਰਹੇ ਹਨ। ਨਿਰਮਲਾ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਤੁਰੰਤ ਕਮਰੇ 'ਚੋਂ ਨਿਕਲੀ ਤੇ ਅੰਦਰ ਜਾਣ ਦਾ ਮੌਕਾ ਨਾ ਲੱਭਣ ਕਰਕੇ ਸਖਤ ਆਵਾਜ਼ 'ਚ ਕਹਿਣ ਲੱਗੀ, ਮੈਂ ਦੱਸਦੀ ਨਹੀਂ ਹਾਂ ਕਿ ਇੰਨੀ ਦੇਰ ਕਿਸੇ ਖਾਤਰ ਰਸੋਈ 'ਚ ਬੈਠੀ ਰਹਾਂ। ਜਿਹਨੇ ਰੋਟੀ ਨਾ ਖਾਣੀ ਹੋਵੇ ਉਹ ਪਹਿਲਾਂ ਹੀ ਦੱਸ ਦਿਆ ਕਰੇ। ਮੁਨਸ਼ੀ ਜੀ ਨੇ ਨਿਰਮਲਾ ਨੂੰ ਉੱਥੇ ਖਲੋਤੀ ਵੇਖਿਆ। ਇਹ ਇੱਥੇ ਕੀ ਕਰ ਰਹੀ ਹੈ? ਕਹਿਣ ਲੱਗੇ, ਇੱਥੇ ਕੀ ਕਰ ਰਹੀ ਹੈ? ਨਿਰਮਲਾ ਨੇ ਸਖਤ ਆਵਾਜ਼ 'ਚ ਕਿਹਾ, ਕੀ ਕਰ ਰਹੀ ਹਾਂ? ਆਪਣੀ ਕਿਸਮਤ ਨੂੰ ਰੋ ਰਹੀ ਹਾਂ। ਬਸ ਸਾਰੀਆਂ ਮੁਸੀਬਤਾਂ ਦੀ ਜੜ ਮੈਂ ਹੀ ਹਾਂ। ਕੋਈ ਇੱਥੇ ਰੁੱਸਿਆ ਬੈਠਾ ਹੈ, ਕੋਈ ਉੱਥੇ ਮੂੰਹ ਸਜਾ ਕੇ ਪਿਆ ਏ। ਕਿਹਨੂੰ ਮਨਾਵਾਂ ਤੇ ਕਦੋਂ ਤੱਕ ਮਨਾਵਾਂ? ਮੁਨਸ਼ੀ ਜੀ ਥੋੜਾ ਹੈਰਾਨ ਹੋ ਕੇ ਕਹਿਣ ਲੱਗੇ, ਕੀ ਗੱਲ ਹੈ? ਨਿਰਮਲਾ, ਰੋਟੀ ਨਹੀਂ ਖਾ ਰਿਹਾ, ਹੋਰ ਕੀ ਗੱਲ ਹੈ? 10 ਵਾਰ ਭੁੰਗੀ ਨੂੰ ਭੇਜਿਆ, ਆਖਿਰਕਾਰ ਆਪ ਆਈ ਹਾਂ। ਇਹਨਾਂ ਲਈ ਤਾਂ ਇੰਨਾ ਕਹਿ ਦੇਣਾ ਆਸਾਨ ਹੈ ਕਿ ਸਾਨੂੰ ਭੁੱਖ ਨਹੀਂ। ਇੱਥੇ ਤਾਂ ਮੈਂ ਸਾਰੇ ਘਰ ਦੀ ਦਾਸੀ ਹਾਂ। ਸਾਰੀ ਦੁਨੀਆ ਮੂੰਹ ਤੇ ਕਾਲਖ ਮਲਣ ਨੂੰ ਤਿਆਰ ਹੈ। ਕਿਸੇ ਨੂੰ ਭੁੱਖ ਨਾ ਹੋਵੇ, ਪਰ ਕਹਿਣ ਵਾਲਿਆਂ ਨੂੰ ਇਹ ਕਹਿਣ ਤੋਂ ਕਿਹੜਾ ਰੋਕੇਗਾ ਕਿ ਚੁੜੇਲ ਕਿਸੇ ਨੂੰ ਖਾਣ ਨੂੰ ਨਹੀਂ ਦਿੰਦੀ। ਮੁਨਸ਼ੀ ਰਾਮ ਜੀ ਨੇ ਮਨਸਾ ਰਾਮ ਨੂੰ ਕਿਹਾ, ਰੋਟੀ ਕਿਉਂ ਨਹੀਂ ਖਾ ਰਿਹਾ? ਪਤਾ ਹੈ ਕਿੰਨਾ ਟਾਈਮ ਹੋ ਚੁੱਕਾ ਹੈ? ਮਨਸਾ ਰਾਮ ਹੈਰਾਨ ਹੋਇਆ ਖੜੋਤਾ ਸੀ। ਉਹਦੇ ਸਾਹਮਣੇ ਇੱਕ ਅਜਿਹਾ ਨਾਟਕ ਚੱਲ ਰਿਹਾ ਸੀ ਜਿਸ ਦਾ ਰਾਜ਼ ਉਹ ਨਹੀਂ ਸੀ ਸਮਝ ਸਕਦਾ। ਜਿਨ੍ਹਾਂ ਅੱਖਾਂ 'ਚ ਇੱਕ ਪਲ ਪਹਿਲਾਂ ਬੇਨਤੀ ਦੇ ਹੰਝੂ ਭਰੇ ਹੋਏ ਸਨ, ਉਹਨਾਂ 'ਚ ਅਚਾਨਕ ਗੁੱਸੇ ਦੀ ਜਵਾਲਾ ਕਿੱਥੋਂ ਆ ਗਈ? ਜਿਨ੍ਹਾਂ ਹੋਠਾਂ 'ਚੋਂ ਇੱਕ ਪਲ ਪਹਿਲਾਂ ਅੰਮ੍ਰਿਤ ਵਰਖਾ ਹੋ ਰਹੀ ਸੀ, ਉਹਨਾਂ 'ਚੋਂ ਜ਼ਹਿਰ ਦਾ ਪ੍ਰਵਾਹ ਕਿਵੇਂ ਹੋਣ ਲੱਗ ਪਿਆ? ਇਸੇ ਅਰਧ ਚੇਤਨ ਹਾਲਤ 'ਚ ਕਹਿਣ ਲੱਗਾ, ਮੈਨੂੰ ਭੁੱਖ ਨਹੀਂ। ਮੁਨਸ਼ੀ ਜੀ ਨੇ ਘੂਰ ਕੇ ਕਿਹਾ, ਕਿਉਂ ਭੁੱਖ ਕਿਉਂ ਨਹੀਂ? ਭੁੱਖ ਨਹੀਂ ਸੀ ਤਾਂ ਸ਼ਾਮ ਨੂੰ ਕਿਉਂ ਨਾ ਦੱਸਿਆ? ਤੇਰੀ ਭੁੱਖ ਦੀ ਉਡੀਕ 'ਚ ਕਿਹੜਾ ਸਾਰੀ ਰਾਤ ਬੈਠਾ ਰਵੇ? ਪਹਿਲਾਂ ਤਾਂ ਤੇਰੀ ਇਹੋ ਜਿਹੀ ਆਦਤ ਨਹੀਂ ਸੀ। ਰੁਸਣਾ ਕਦੋਂ ਤੋਂ ਸਿੱਖ ਲਿਆ? ਜਾ ਕੇ ਖਾ ਲੈ। ਮਨਸਾ ਰਾਮ, ਜੀ ਨਹੀਂ, ਮੈਨੂੰ ਜ਼ਰਾ ਵੀ ਭੁੱਖ ਨਹੀਂ। ਮੁਨਸ਼ੀ ਜੀ ਨੇ ਖਿੱਚ ਕੇ ਕਿਹਾ, ਚੰਗੀ ਗੱਲ ਹੈ, ਜਦੋਂ ਭੁੱਖ ਲੱਗੇ ਉਦੋਂ ਖਾ ਲਵੀਂ। ਇਹਨਾਂ ਕਹਿ ਕੇ ਉਹ ਅੰਦਰ ਚਲੇ ਗਏ। ਨਿਰਮਲਾ ਵੀ ਉਹਨਾਂ ਦੇ ਪਿੱਛੇ ਤੁਰ ਪਈ। ਮੁਨਸ਼ੀ ਜੀ ਆਰਾਮ ਕਰਨ ਚਲੇ ਗਏ। ਨਿਰਮਲਾ ਨੇ ਜਾ ਕੇ ਰਸੋਈ ਸਾਂਭ ਦਿੱਤੀ ਤੇ ਚੂਲੀ ਕਰਕੇ ਪਾਨ ਖਾ ਕੇ ਮੁਸਕਰਾਉਂਦੀ ਹੋਈ ਆ ਗਈ। ਮੁਨਸ਼ੀ ਜੀ ਨੇ ਪੁੱਛਿਆ, ਖਾਣਾ ਲਾ ਲਿਆ? ਨਿਰਮਲਾ, ਕੀ ਕਰਦੀ? ਮੈਂ ਤਾਂ ਖਾਣਾ ਹੀ ਸੀ। ਖਾਣਾ ਖਾ ਲਿਆ? ਨਿਰਮਲਾ, ਕੀ ਕਰਦੀ? ਮੈਂ ਤਾਂ ਖਾਣਾ ਹੀ ਸੀ। ਮੁਨਸ਼ੀ ਜੀ, ਇਹਨੂੰ ਪਤਾ ਨਹੀਂ ਕੀ ਹੋ ਗਿਆ, ਕੁਝ ਵੀ ਸਮਝ ਨਹੀਂ ਆਉਂਦਾ। ਦਿਨ ਬ ਦਿਨ ਪਤਲਾ ਹੁੰਦਾ ਜਾ ਰਿਹਾ ਹੈ, ਸਾਰਾ ਦਿਨ ਕਮਰੇ 'ਚ ਵੜਿਆ ਰਹਿੰਦਾ ਏ। ਨਿਰਮਲਾ ਕੁਝ ਨਾ ਬੋਲੀ। ਉਹ ਚਿੰਤਾ ਦੇ ਅਪਾਰ ਸਾਗਰ 'ਚ ਗੋਤੇ ਖਾ ਰਹੀ ਸੀ। ਮਨਸਾ ਰਾਮ ਨੇ ਮੇਰੇ ਭਾਵ ਪਰਿਵਰਤਨ ਨੂੰ ਵੇਖ ਕੇ ਮਨ 'ਚ ਪਤਾ ਨਹੀਂ ਕੀ ਸੋਚਿਆ ਹੋਵੇ। ਉਹਦੇ ਮਨ 'ਚ ਇਹ ਪ੍ਰਸ਼ਨ ਜ਼ਰੂਰ ਆਇਆ ਹੋਵੇਗਾ ਕਿ ਪਿਤਾ ਜੀ ਨੂੰ ਵੇਖਦਿਆਂ ਹੀ ਇਹਦਾ ਮੂਡ ਕਿਵੇਂ ਬਦਲ ਗਿਆ। ਕੀ ਇਹਦਾ ਕਾਰਨ ਉਹਦੀ ਸਮਝ 'ਚ ਆਇਆ ਹੋਵੇਗਾ? ਵਿਚਾਰਾ ਰੋਟੀ ਖਾਣ ਆ ਰਿਹਾ ਸੀ, ਉਦੋਂ ਹੀ ਇਹ ਸੱਜਣ ਪਤਾ ਨਹੀਂ ਕਿੱਥੋਂ ਆ ਟਪਕੇ। ਇਸ ਭੇਤ ਬਾਰੇ ਉਹਨੂੰ ਕਿੰਜ ਸਮਝਾਵਾਂ? ਕੀ ਸਮਝਾਉਣਾ ਸੰਭਵ ਵੀ ਹੈ? ਮੈਂ ਕਿਹੜੀ ਮੁਸੀਬਤ 'ਚ ਫਸ ਗਈ ਹਾਂ? ਸਵੇਰੇ ਉੱਠ ਕੇ ਨਿਰਮਲਾ ਘਰ ਦੇ ਕੰਮ-ਕਾਜ ਕਰਨ ਲੱਗੀ। ਅਚਾਨਕ 9 ਵਜੇ ਭੁੰਗੀ ਨੇ ਆ ਕੇ ਕਿਹਾ, ਮਨਸਾ ਬਾਬੂ ਤਾਂ ਆਪਣੇ ਕਾਗਜ਼ ਪੱਤਰ ਸਭ ਟਾਂਗੇ ਤੇ ਲੱਦ ਰਿਹਾ ਏ। ਨਿਰਮਲਾ ਨੇ ਹੜਬੜਾ ਕੇ ਪੁੱਛਿਆ, ਟਾਂਗੇ ਤੇ ਲੱਦ ਰਿਹਾ ਏ? ਕਿੱਥੇ ਜਾ ਰਿਹਾ ਏ? ਭੁੰਗੀ, ਮੈਂ ਪੁੱਛਿਆ ਤਾਂ ਕਹਿਣ ਲੱਗਾ, ਅੱਜ ਤੋਂ ਸਕੂਲ ਹੀ ਰਵਾਂਗਾ। ਮਨਸਾ ਰਾਮ ਸਵੇਰੇ ਉੱਠ ਕੇ ਆਪਣੇ ਸਕੂਲ ਦੇ ਹੈਡਮਾਸਟਰ ਕੋਲ ਜਾ ਕੇ ਆਪਣੇ ਰਹਿਣ ਦਾ ਪ੍ਰਬੰਧ ਕਰ ਆਇਆ ਸੀ। ਹੈਡਮਾਸਟਰ ਨੇ ਪਹਿਲਾਂ ਤਾਂ ਆਖਿਆ, ਇੱਥੇ ਜਗ੍ਹਾ ਨਹੀਂ, ਤੇਰੇ ਤੋਂ ਪਹਿਲਾਂ ਬਹੁਤ ਸਾਰੇ ਮੁੰਡਿਆਂ ਦੇ ਬੇਨਤੀ ਪੱਤਰ ਆਏ ਹਨ। ਪਰ ਜਦ ਮਨਸਾ ਰਾਮ ਨੇ ਕਿਹਾ ਮੈਨੂੰ ਜਗ੍ਹਾ ਨਾ ਮਿਲੀ ਤਾਂ ਮੈਂ ਪੜ੍ਹ ਨਹੀਂ ਸਕਾਂਗਾ ਤੇ ਪੇਪਰ ਵੀ ਨਹੀਂ ਦੇ ਸਕਾਂਗਾ, ਤਾਂ ਹੈਡਮਾਸਟਰ ਸਾਹਿਬ ਨੂੰ ਹਾਰ ਮੰਨਣੀ ਪਈ। ਮਨਸਾ ਰਾਮ ਦੇ ਫਸਟ ਡਿਵੀਜ਼ਨ 'ਚ ਪਾਸ ਹੋਣ ਦੀ ਉਮੀਦ ਸੀ। ਅਧਿਆਪਕਾਂ ਨੂੰ ਉਮੀਦ ਸੀ ਕਿ ਉਹ ਸਕੂਲ ਦਾ ਨਾਂ ਰੌਸ਼ਨ ਕਰੇਗਾ। ਹੈਡਮਾਸਟਰ ਸਾਹਿਬ ਅਜਿਹੇ ਮੁੰਡੇ ਨੂੰ ਕਿਵੇਂ ਛੱਡ ਸਕਦੇ ਸਨ? ਉਹਨਾਂ ਨੇ ਆਪਣੇ ਦਫ਼ਤਰ ਵਾਲਾ ਕਮਰਾ ਉਹਦੇ ਲਈ ਖਾਲੀ ਕਰ ਦਿੱਤਾ। ਇਸ ਲਈ ਮਨਸਾ ਰਾਮ ਉੱਥੋਂ ਵਾਪਸ ਆਉਂਦਿਆਂ ਹੀ ਆਪਣਾ ਸਮਾਨ ਟਾਂਗੇ ਤੇ ਲੱਦਣ ਲੱਗ ਪਿਆ। ਮੁਨਸ਼ੀ ਜੀ ਨੇ ਆਖਿਆ, ਐਨੀ ਵੀ ਕਾਹਦੀ ਕਾਹਲੀ ਏ, 2-4 ਦਿਨਾਂ ਤੱਕ ਚਲਾ ਜਾਵੀਂ, ਤੇਰੇ ਲਈ ਕੋਈ ਚੰਗਾ ਜਿਹਾ ਰਸੋਈਆ ਲੱਭ ਦਿਆਂ। ਮਨਸਾ ਰਾਮ, ਉੱਥੋਂ ਦਾ ਰਸੋਈਆ ਬਹੁਤ ਵਧੀਆ ਖਾਣਾ ਪਕਾਉਂਦਾ ਹੈ। ਮੁਨਸ਼ੀ ਜੀ, ਆਪਣੀ ਸਿਹਤ ਦਾ ਧਿਆਨ ਰੱਖੀ, ਇੰਜ ਨਾ ਹੋਵੇ ਕਿ ਪੜ੍ਹਾਈ ਪਿੱਛੇ ਆਪਣੀ ਸਿਹਤ ਖਰਾਬ ਕਰ ਬੈਠੇ। ਮਨਸਾ ਰਾਮ, ਉੱਥੇ 9 ਵਜੇ ਤੋਂ ਬਾਅਦ ਕੋਈ ਨਹੀਂ ਪੜ੍ਹ ਸਕਦਾ ਤੇ ਸਾਰਿਆਂ ਨੂੰ ਨਿਯਮ ਅਨੁਸਾਰ ਖੇਡਣਾ ਪੈਂਦਾ ਹੈ। ਮੁਨਸ਼ੀ ਜੀ, ਬਿਸਤਰਾ ਕਿਉਂ ਛੱਡ ਚੱਲਿਆ ਏ? ਸੌਵੇਂਗਾ ਕਾਹਦੇ ਤੇ? ਮਨਸਾ ਰਾਮ, ਕੰਬਲ ਲੈ ਜਾਂਦਾ ਹਾਂ, ਬਿਸਤਰੇ ਦੀ ਲੋੜ ਨਹੀਂ। ਮੁਨਸ਼ੀ ਜੀ, ਜਿੰਨਾ ਚਿਰ ਨੌਕਰ ਤੇਰਾ ਸਮਾਨ ਰੱਖਦਾ ਹੈ, ਜਾ ਕੇ ਕੁਝ ਖਾ ਲੈ, ਰਾਤ ਵੀ ਕੁਝ ਨਹੀਂ ਸੀ ਖਾਧਾ। ਮਨਸਾ ਰਾਮ, ਉੱਥੇ ਜਾ ਕੇ ਹੀ ਖਾ ਲਵਾਂਗਾ, ਰਸੋਈਏ ਨੂੰ ਖਾਣਾ ਪਕਾਉਣ ਲਈ ਆਖ ਆਇਆ ਹਾਂ, ਇੱਥੇ ਖਾਣ ਬਹਿ ਗਿਆ ਤਾਂ ਦੇਰ ਹੋ ਜਾਵੇਗੀ।
ਘਰ ਵਿੱਚ ਜੀਆ ਰਾਮ ਤੇ ਸੀਆ ਰਾਮ ਵੀ ਭਰਾ ਨਾਲ ਜਾਣ ਲਈ ਜਿੱਦ ਕਰ ਰਹੇ ਸਨ। ਨਿਰਮਲਾ ਉਹਨਾਂ ਦੋਨਾਂ ਨੂੰ ਭਰਮਾ ਰਹੀ ਸੀ, ਬੇਟਾ ਉੱਥੇ ਛੋਟੇ ਬੱਚੇ ਨਹੀਂ ਰਹਿੰਦੇ, ਸਾਰਾ ਕੰਮ ਆਪਣੇ ਹੀ ਹੱਥਾਂ ਨਾਲ ਕਰਨਾ ਪੈਂਦਾ ਏ। ਅਚਾਨਕ ਰੁਕਮਣੀ ਨੇ ਆ ਕੇ ਕਿਹਾ, ਤੇਰਾ ਦਿਲ ਬੜਾ ਕਠੋਰ ਹੈ ਮਹਾਰਾਣੀ। ਮੁੰਡੇ ਨੇ ਰਾਤ ਵੀ ਕੁਝ ਨਹੀਂ ਸੀ ਖਾਧਾ, ਹੁਣ ਵੀ ਬਿਨਾਂ ਕੁਝ ਖਾਧੇ ਪੀਤੇ ਜਾ ਰਿਹਾ ਏ ਤੇ ਤੂੰ ਮੁੰਡਿਆਂ ਨਾਲ ਗੱਲਾਂ ਲੱਗੀ ਹੋਈ ਹੈ। ਤੂੰ ਉਹਨੂੰ ਨਹੀਂ ਜਾਣਦੀ। ਇਹਨਾਂ ਸਮਝ ਲੈ ਕਿ ਉਹ ਸਕੂਲ ਨਹੀਂ ਜਾ ਰਿਹਾ, ਬਨਵਾਸ ਲੈ ਰਿਹਾ ਹੈ। ਦੁਬਾਰਾ ਪਰਤ ਕੇ ਨਹੀਂ ਆਉਣਾ ਉਹਨੇ। ਇਹ ਉਹਨਾਂ ਮੁੰਡਿਆਂ ਵਰਗਾ ਨਹੀਂ ਜਿਹੜੇ ਗੱਲਾਂ ਭੁੱਲ ਜਾਂਦੇ ਹਨ। ਕੋਈ ਵੀ ਭੈੜੀ ਗੱਲ ਉਹਦੇ ਲਈ ਪੱਥਰ ਦੀ ਲਕੀਰ ਹੋ ਜਾਂਦੀ ਏ। ਨਿਰਮਲਾ ਨੇ ਹਲਕੀ ਆਵਾਜ਼ 'ਚ ਕਿਹਾ, ਕੀ ਕਰਾਂ ਦੀਦੀ, ਉਹ ਕਿਸੇ ਦੀ ਸੁਣਦਾ ਹੀ ਨਹੀਂ। ਜਰਾ ਤੁਸੀਂ ਹੀ ਬੁਲਾ ਲਿਆਓ, ਤੁਹਾਡੇ ਬੁਲਾਉਣ ਨਾਲ ਸ਼ਾਇਦ ਆ ਜਾਵੇ। ਰੁਕਮਣੀ, ਆਖਿਰਕਾਰ ਹੋਇਆ ਕੀ ਹੈ ਜਿਸ ਕਰਕੇ ਉਹ ਭੱਜਾ ਜਾ ਰਿਹਾ ਏ? ਘਰ ਤੋਂ ਉਹਦਾ ਮਨ ਕਦੇ ਨਹੀਂ ਸੀ ਅੱਕਿਆ। ਆਪਣੇ ਘਰ ਤੋਂ ਇਲਾਵਾ ਉਹਨੂੰ ਕਿਤੇ ਹੋਰ ਰਹਿਣਾ ਚੰਗਾ ਨਹੀਂ ਸੀ ਲੱਗਦਾ। ਤੂੰ ਹੀ ਕੁਝ ਕਿਹਾ ਹੋਊਗਾ ਜਾਂ ਉਹਦੀ ਕੋਈ ਸ਼ਿਕਾਇਤ ਲਾਈ ਹੋਊਗੀ। ਕਿਉਂ ਆਪਣੇ ਲਈ ਕੰਡੇ ਬੀਜ ਰਹੀ ਏ? ਰਾਣੀ ਘਰ ਨੂੰ ਤਬਾਹ ਕਰਕੇ ਚੈਨ ਨਾਲ ਨਹੀਂ ਰਹਿ ਸਕੇਗੀ। ਨਿਰਮਲਾ ਨੇ ਰੋਂਦਿਆਂ ਹੋਇਆ ਕਿਹਾ, ਮੈਂ ਉਹਨੂੰ ਕੁਝ ਕਿਹਾ ਹੋਵੇ ਤਾਂ ਮੇਰੀ ਜ਼ੁਬਾਨ ਵੱਢੀ ਜਾਵੇ। ਹਾਂ, ਮਤਰੇਈ ਮਾਂ ਹੋਣ ਕਰਕੇ ਬਦਨਾਮ ਤਾਂ ਪਹਿਲਾਂ ਹੀ ਹਾਂ। ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਉਹਨੂੰ ਬੁਲਾ ਲਿਆਓ। ਰੁਕਮਣੀ ਨੇ ਤਿੱਖੀ ਆਵਾਜ਼ 'ਚ ਕਿਹਾ, ਤੂੰ ਕਿਉਂ ਨਹੀਂ ਬੁਲਾ ਲਿਆਉਂਦੀ? ਛੋਟੀ ਤਾਂ ਨਹੀਂ ਹੋ ਚੱਲੀ। ਆਪਣਾ ਹੁੰਦਾ ਤਾਂ ਕੀ ਇਸੇ ਤਰ੍ਹਾਂ ਬੈਠੀ ਰਹਿੰਦੀ? ਨਿਰਮਲਾ ਦੀ ਹਾਲਤ ਉਹ ਖੰਭਹੀਨ ਪੰਛੀ ਵਰਗੀ ਹੋ ਗਈ ਸੀ ਜਿਹੜਾ ਸੱਪ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉੱਡਣਾ ਚਾਹੁੰਦਾ ਹੈ ਪਰ ਉੱਡ ਨਹੀਂ ਸਕਦਾ। ਫੜਫੜਾਉਂਦਾ ਹੈ ਤੇ ਡਿੱਗ ਪੈਂਦਾ ਹੈ। ਖੰਭਾਂ ਨੂੰ ਲਗਾਤਾਰ ਫੜਫੜਾਉਂਦਾ ਰਹਿੰਦਾ ਹੈ। ਨਿਰਮਲਾ ਦਾ ਦਿਲ ਅੰਦਰ ਹੀ ਅੰਦਰ ਤੜਫ ਰਿਹਾ ਸੀ ਪਰ ਉਹ ਬਾਹਰ ਨਹੀਂ ਸੀ ਜਾ ਸਕਦੀ। ਇੰਨੇ ਚਿਰ 'ਚ ਦੋਵੇਂ ਮੁੰਡੇ ਅੰਦਰ ਆ ਕੇ ਕਹਿਣ ਲੱਗੇ, ਵੀਰ ਜੀ ਚਲੇ ਗਏ। ਨਿਰਮਲਾ ਕਿਸੇ ਮੂਰਤੀ ਵਾਂਗ ਖੜੀ ਰਹੀ, ਜਿਵੇਂ ਸਾਹਹੀਨ ਹੋ ਗਈ ਹੋਵੇ। ਘਰ ਦੇ ਅੰਦਰ ਵੀ ਨਹੀਂ ਆਇਆ, ਚਲਾ ਗਿਆ। ਮੇਰੇ ਨਾਲ ਐਨੀ ਈਰਖਾ? ਮੈਂ ਨਾ ਸਹੀ ਪਰ ਉਹਦੀ ਭੂਆ ਤਾਂ ਸੀ, ਉਹਨੂੰ ਮਿਲਣ ਤਾਂ ਆਉਣਾ ਚਾਹੀਦਾ ਸੀ। ਅੰਦਰ ਕਿਸ ਤਰ੍ਹਾਂ ਆਉਂਦਾ? ਮੈਂ ਜੋ ਇੱਥੇ ਖਲੋਤੀ ਸਾਂ, ਇਸੇ ਕਰਕੇ ਚਲਾ ਗਿਆ। ਅੰਕ 9ਵਾਂ। ਮਨਸਾ ਰਾਮ ਦੇ ਚਲੇ ਜਾਣ ਬਾਅਦ ਘਰ ਸੁੰਨਾ ਹੋ ਗਿਆ। ਛੋਟੇ ਮੁੰਡੇ ਵੀ ਉਸੇ ਸਕੂਲ 'ਚ ਪੜ੍ਹਦੇ ਸਨ। ਨਿਰਮਲਾ ਰੋਜ਼ ਉਹਨਾਂ ਕੋਲੋਂ ਮਨਸਾ ਰਾਮ ਦਾ ਹਾਲ ਪੁੱਛਦੀ, ਉਮੀਦ ਸੀ ਕਿ ਛੁੱਟੀ ਵਾਲੇ ਦਿਨ ਉਹ ਆਊਗਾ। ਜਦ ਛੁੱਟੀ ਵਾਲਾ ਦਿਨ ਵੀ ਬੀਤ ਗਿਆ ਤੇ ਉਹ ਨਾ ਆਇਆ ਤਾਂ ਨਿਰਮਲਾ ਦਾ ਦਿਲ ਘਬਰਾਉਣ ਲੱਗਾ। ਉਹਨੇ ਉਹਦੇ ਲਈ ਮੂੰਗੀ ਦੇ ਲੱਡੂ ਬਣਾ ਕੇ ਰੱਖੇ ਸਨ। ਸੋਮਵਾਰ ਸਵੇਰੇ ਭੁੰਗੀ ਨੂੰ ਲੱਡੂ ਦੇ ਕੇ ਭੇਜਿਆ। 9 ਵਜੇ ਭੁੰਗੀ ਵਾਪਸ ਆ ਗਈ। ਨਿਰਮਲਾ ਨੇ ਪੁੱਛਿਆ, ਪਹਿਲਾਂ ਨਾਲੋਂ ਕੁਝ ਮੋਟਾ ਹੋਇਆ ਏ? ਭੁੰਗੀ, ਮੋਟਾ ਮਾਟਾ ਤਾਂ ਨਹੀਂ ਹੋਇਆ, ਹੋਰ ਸੁੱਕ ਗਿਆ ਏ। ਨਿਰਮਲਾ, ਕੀ ਗੱਲ, ਠੀਕ ਤਾਂ ਹੈ? ਭੁੰਗੀ, ਇਹ ਤਾਂ ਮੈਂ ਨਹੀਂ ਪੁੱਛਿਆ, ਝੂਠ ਕੋ ਬੋਲਾਂ। ਹਾਂ, ਉੱਥੋਂ ਦਾ ਨੌਕਰ ਮੇਰਾ ਦਿਓਰ ਲੱਗਦਾ ਹੈ। ਉਹ ਕਹਿੰਦਾ ਸੀ ਕਿ ਤੁਹਾਡੇ ਬਾਬੂ ਜੀ ਦੀ ਖੁਰਾਕ ਕੁਝ ਵੀ ਨਹੀਂ ਹੈ। 2 ਫੁਲਕੇ ਖਾ ਕੇ ਉੱਠ ਖਲੋਂਦਾ ਏ, ਫਿਰ ਸਾਰਾ ਦਿਨ ਕੁਝ ਨਹੀਂ ਖਾਂਦਾ, ਪੜ੍ਹਦਾ ਰਹਿੰਦਾ ਏ। ਨਿਰਮਲਾ, ਤੂੰ ਪੁੱਛਿਆ ਨਹੀਂ ਲੱਡੂ ਕਿਉਂ ਵਾਪਸ ਕਰ ਰਿਹਾ ਏ? ਭੁੰਗੀ, ਇਹ ਤਾਂ ਨਹੀਂ ਪੁੱਛਿਆ ਬਹੂ ਜੀ, ਝੂਠ ਕਿਉਂ ਬੋਲਾਂ? ਉਹਨੇ ਕਿਹਾ ਕਿ ਲੱਡੂ ਲੈਂਦੀ ਜਾ, ਇੱਥੇ ਰੱਖਣ ਦਾ ਕੋਈ ਕੰਮ ਨਹੀਂ, ਮੈਂ ਲੈ ਆਈ। ਨਿਰਮਲਾ, ਹੋਰ ਤਾਂ ਨਹੀਂ ਸੀ ਕੁਝ ਕਹਿੰਦਾ? ਪੁੱਛਿਆ ਨਹੀਂ ਕੱਲ ਕਿਉਂ ਨਹੀਂ ਆਇਆ, ਛੁੱਟੀ ਤਾਂ ਸੀ। ਭੁੰਗੀ, ਬਹੂ ਜੀ ਝੂਠ ਕਿਉਂ ਬੋਲਾਂ? ਇਹ ਗੱਲ ਪੁੱਛਣ ਦੀ ਤਾਂ ਮੈਨੂੰ ਹੋਸ਼ ਹੀ ਨਾ ਰਹੀ। ਇਹ ਜ਼ਰੂਰ ਕਹਿੰਦਾ ਸੀ ਕਿ ਤੂੰ ਅੱਗੇ ਤੋਂ ਇੱਥੇ ਨਾ ਆਵੀਂ, ਨਾ ਹੀ ਮੇਰੇ ਲਈ ਕੋਈ ਚੀਜ਼ ਲਿਆਵੀਂ ਤੇ ਆਪਣੀ ਬਹੂ ਜੀ ਨੂੰ ਕਹਿ ਦੇਈਂ ਕਿ ਮੈਨੂੰ ਕੋਈ ਚਿੱਠੀ ਪੱਤਰ ਨਾ ਲਿਖੇ, ਮੁੰਡਿਆਂ ਹੱਥ ਵੀ ਮੇਰੇ ਲਈ ਕੋਈ ਸੁਨੇਹਾ ਨਾ ਭੇਜੇ ਤੇ ਇੱਕ ਗੱਲ ਅਜਿਹੀ ਕਹੀ ਕਿ ਮੈਂ ਮੂੰਹ ਨਹੀਂ ਦੱਸ ਸਕਦੀ। ਫਿਰ ਰੋਣ ਲੱਗ ਪਿਆ। ਨਿਰਮਲਾ, ਕਿਹੜੀ ਗੱਲ ਸੀ, ਦੱਸ ਤਾਂ ਸਹੀ। ਭੂੰਗੀ, ਕੀ ਦੱਸਾਂ ਬਹੂ ਜੀ, ਕਹਿੰਦਾ ਸੀ ਮੇਰਾ ਜੀਣਾ ਵੀ ਪਾਪ ਹੈ, ਇੰਨਾ ਕਹਿ ਕੇ ਰੋਣ ਲੱਗ ਪਿਆ। ਨਿਰਮਲਾ ਦੇ ਮੂੰਹੋਂ ਇੱਕ ਠੰਡਾ ਹੌਕਾ ਨਿਕਲਿਆ। ਇੰਜ ਲੱਗਿਆ ਜਿਵੇਂ ਕਲੇਜਾ ਡੁੱਬਦਾ ਜਾ ਰਿਹਾ ਹੋਵੇ। ਉਹਦਾ ਰੋਮ ਰੋਮ ਤੜਫਣ ਲੱਗਾ। ਉਹ ਜ਼ਿਆਦਾ ਦੇਰ ਨਾ ਬਹਿ ਸਕੀ, ਜਾ ਕੇ ਬਿਸਤਰੇ 'ਚ ਮੂੰਹ ਵਾੜ ਕੇ ਰੋਣ ਲੱਗ ਪਈ। ਉਹ ਵੀ ਜਾਣ ਗਿਆ। ਉਹਦੇ ਅੰਦਰੋਂ ਬਾਰ-ਬਾਰ ਇੱਕੋ ਆਵਾਜ਼ ਗੂੰਜਣ ਲੱਗੀ, ਉਹ ਵੀ ਜਾਣ ਗਿਆ। ਰੱਬਾ, ਹੁਣ ਕੀ ਹੋਊਗਾ? ਜਿਹੜੇ ਸ਼ੱਕ ਦੀ ਅੱਗ 'ਚ ਸੜ ਰਹੀ ਸੀ, ਉਸੇ ਸ਼ੱਕ ਦੇ 100 ਗੁਣਾ ਵੇਗ ਨਾਲ ਤੜਫਣ ਲੱਗੀ। ਉਹਨੂੰ ਆਪਣੀ ਕੋਈ ਚਿੰਤਾ ਨਹੀਂ ਸੀ। ਹੁਣ ਜ਼ਿੰਦਗੀ 'ਚ ਕਿਹੜੇ ਸੁੱਖ ਦੀ ਉਮੀਦ ਸੀ ਜਿਹਦਾ ਉਹਨੂੰ ਲਾਲਚ ਹੁੰਦਾ? ਉਹਦੇ ਆਪਣੇ ਮਨ ਨੂੰ ਇਸ ਵਿਚਾਰ ਨਾਲ ਸਮਝਾਇਆ ਹੋਇਆ ਸੀ ਕਿ ਇਹ ਮੇਰੇ ਪਿਛਲੇ ਕਰਮਾਂ ਦਾ ਪ੍ਰਾਸ਼ਚਿਤ ਹੈ। ਕਿਹੜਾ ਇੰਨਾ ਬੇਰਹਿਮ ਹੋਵੇਗਾ ਜਿਹੜਾ ਆਪਣੀ ਹਾਲਤ 'ਚ ਜ਼ਿਆਦਾ ਦਿਨ ਜਿਉਂਦਾ ਰਹਿ ਸਕੇ? ਕਰਤੱਵ ਦੀ ਵੇਦੀ 'ਚ ਉਹਨੇ ਆਪਣਾ ਜੀਵਨ ਤੇ ਸਾਰੀਆਂ ਇੱਛਾਵਾਂ ਸਾੜ ਦਿੱਤੀਆਂ ਸਨ। ਦਿਲ ਰੋਂਦਾ ਰਹਿੰਦਾ ਪਰ ਚਿਹਰੇ ਤੇ ਮੁਸਕਰਾਹਟ ਦਾ ਰੰਗ ਚੜਾਉਣਾ ਪੈਂਦਾ ਸੀ। ਜਿਹਦਾ ਮੂੰਹ ਵੇਖਣ ਨੂੰ ਦਿਲ ਨਹੀਂ ਸੀ ਕਰਦਾ, ਉਹਦੇ ਸਾਹਮਣੇ ਹੱਸ-ਹੱਸ ਕੇ ਗੱਲਾਂ ਕਰਨੀਆਂ ਪੈਂਦੀਆਂ। ਜਿਹਦੇ ਸਰੀਰ ਦਾ ਸਪਰਸ਼ ਉਹਨੂੰ ਸੱਪ ਦੇ ਠੰਡੇ ਸਪਰਸ਼ ਵਰਗਾ ਲੱਗਦਾ ਸੀ। ਉਹਦੀਆਂ ਬਾਹਾਂ 'ਚ ਕੈਦ ਹੋ ਕੇ ਜਿੰਨੀ ਈਰਖਾ, ਜਿੰਨਾ ਦੁੱਖ ਉਹਨੂੰ ਹੁੰਦਾ ਸੀ, ਕੋਈ ਦੂਸਰਾ ਨਹੀਂ ਸੀ ਜਾਣ ਸਕਦਾ। ਉਸ ਵਕਤ ਉਹਦੀ ਇੱਕੋ ਇੱਛਾ ਹੁੰਦੀ ਸੀ ਕਿ ਧਰਤੀ ਪਾਟ ਜਾਵੇ ਤੇ ਉਹਦੇ 'ਚ ਸਮਾ ਜਾਵੇ। ਪਰ ਇਹ ਸਾਰੀ ਵਿਡੰਬਨਾ ਹਜੇ ਉਹਦੇ ਆਪਣੇ ਤੱਕ ਹੀ ਸੀਮਤ ਸੀ। ਆਪਣੀ ਚਿੰਤਾ ਉਹਨੇ ਛੱਡ ਦਿੱਤੀ ਸੀ ਪਰ ਉਹ ਸਮੱਸਿਆ ਹੁਣ ਖਤਰਨਾਕ ਹੋ ਗਈ ਸੀ।
ਉਹ ਆਪਣੀਆਂ ਅੱਖਾਂ ਨਾਲ ਮਨਸਾ ਰਾਮ ਦਾ ਦੁੱਖ ਨਹੀਂ ਸੀ ਵੇਖ ਸਕਦੀ। ਮਨਸਾ ਰਾਮ ਵਰਗੇ ਸਿਆਣੇ ਸਾਹਸੀ ਨੌਜਵਾਨ ਤੇ ਇਸ ਦੋਸ਼ ਦਾ ਜਿਹੜਾ ਅਸਰ ਹੋਵੇਗਾ ਉਸ ਕਲਪਨਾ ਨਾਲ ਹੀ ਉਹਦਾ ਸਰੀਰ ਕੰਬ ਉੱਠਦਾ ਸੀ। ਹੁਣ ਭਾਵੇਂ ਉਸ ਤੇ ਕੋਈ ਕਿੰਨਾ ਵੀ ਸ਼ੱਕ ਕਿਉਂ ਨਾ ਕਰੇ, ਭਾਵੇਂ ਉਸ ਨੂੰ ਆਤਮ ਹੱਤਿਆ ਹੀ ਕਿਉਂ ਨਾ ਕਰਨੀ ਪਵੇ, ਪਰ ਉਹ ਚੁੱਪ ਕਰਕੇ ਨਹੀਂ ਬੈਠੇਗੀ। ਮਨਸਾ ਰਾਮ ਦੀ ਰੱਖਿਆ ਕਰਨ ਲਈ ਉਹ ਵਿਆਕੁਲ ਹੋ ਗਈ। ਉਹਨੇ ਸੰਕੋਚ ਤੇ ਸ਼ਰਮ ਦੀ ਚਾਦਰ ਲਾ ਕੇ ਸੁੱਟ ਦੇਣ ਦਾ ਫੈਸਲਾ ਕਰ ਲਿਆ। ਵਕੀਲ ਸਾਹਿਬ ਰੋਟੀ ਖਾ ਕੇ ਕਚਹਿਰੀ ਜਾਣ ਤੋਂ ਪਹਿਲਾਂ ਇੱਕ ਵਾਰ ਨਿਰਮਲਾ ਨੂੰ ਜ਼ਰੂਰ ਮਿਲਦੇ ਸਨ। ਉਹਨਾਂ ਦੇ ਆਉਣ ਦਾ ਵਕਤ ਹੋ ਗਿਆ ਸੀ। ਆ ਹੀ ਰਹੇ ਹੋਣਗੇ ਸੋਚ ਕੇ ਨਿਰਮਲਾ ਦਰਵਾਜ਼ੇ 'ਚ ਖੜੀ ਹੋ ਗਈ ਤੇ ਉਹਨਾਂ ਨੂੰ ਉਡੀਕਣ ਲੱਗੀ। ਪਰ ਇਹ ਕੀ, ਉਹ ਤਾਂ ਬਾਹਰ ਤੁਰੇ ਜਾ ਰਹੇ ਹਨ। ਗੱਡੀ ਤਿਆਰ ਹੋ ਕੇ ਆ ਗਈ। ਇਹ ਹੁਕਮ ਤਾਂ ਉਹ ਇੱਥੇ ਆ ਕੇ ਦਿੰਦੇ ਸਨ ਕਿ ਅੱਜ ਉਹ ਨਹੀਂ ਆਉਣਗੇ, ਬਾਹਰੋਂ ਬਾਹਰ ਹੀ ਚਲੇ ਜਾਣਗੇ। ਨਹੀਂ, ਇੰਜ ਨਹੀਂ ਹੋਵੇਗਾ। ਨਿਰਮਲਾ ਨੇ ਭੂੰਗੀ ਨੂੰ ਆਖਿਆ, ਜਾ ਬਾਬੂ ਜੀ ਨੂੰ ਬੁਲਾ ਕੇ ਲਿਆ, ਆਖੀ ਇੱਕ ਜ਼ਰੂਰੀ ਕੰਮ ਹੈ, ਗੱਲ ਸੁਣ ਕੇ ਜਾਓ। ਮੁਨਸ਼ੀ ਜੀ ਜਾਣ ਲਈ ਤਿਆਰ ਸਨ। ਸੁਨੇਹਾ ਸੁਣ ਕੇ ਅੰਦਰ ਆਏ, ਪਰ ਕਮਰੇ 'ਚ ਆਉਣ ਦੀ ਬਜਾਏ ਦੂਰੋਂ ਹੀ ਪੁੱਛਿਆ, ਕੀ ਗੱਲ ਹੈ, ਜਲਦੀ ਦੱਸ, ਮੈਂ ਇੱਕ ਜ਼ਰੂਰੀ ਕੰਮ ਜਾਣਾ ਏ। ਹਜੇ ਥੋੜੀ ਹੀ ਦੇਰ ਹੋਈ ਹੈ, ਹੈਡਮਾਸਟਰ ਸਾਹਿਬ ਦਾ ਇੱਕ ਪੱਤਰ ਆਇਆ ਹੈ ਕਿ ਮਨਸਾ ਰਾਮ ਨੂੰ ਬੁਖਾਰ ਹੋ ਗਿਆ ਹੈ। ਚੰਗਾ ਹੈ ਕਿ ਤੁਸੀਂ ਘਰ ਹੀ ਉਹਦਾ ਇਲਾਜ ਕਰੋ। ਇਸ ਲਈ ਉਧਰੋਂ ਹੁੰਦਾ ਹੋਇਆ ਕਚਹਿਰੀ ਜਾਵਾਂਗਾ। ਤੂੰ ਕੋਈ ਖਾਸ ਗੱਲ ਤਾਂ ਨਹੀਂ ਦੱਸਣੀ। ਨਿਰਮਲਾ ਤੇ ਜਿਵੇਂ ਪਹਾੜ ਡਿੱਗ ਪਿਆ। ਹੰਝੂਆਂ ਦੇ ਵੇਗ ਤੇ ਗੱਲ ਵਿਚਲੀ ਆਵਾਜ਼ 'ਚ ਇੱਕ ਯੁੱਧ ਜਿਹਾ ਹੋਣ ਲੱਗ ਪਿਆ। ਦੋਵੇਂ ਇੱਕ ਦੂਜੇ ਤੋਂ ਪਹਿਲਾਂ ਨਿਕਲਣ ਦੀ ਜਿੱਦ ਕਰ ਰਹੇ ਸਨ। ਦੋਵਾਂ 'ਚੋਂ ਕੋਈ ਇੱਕ ਕਦਮ ਵੀ ਪਿੱਛੇ ਨਹੀਂ ਸੀ ਹਟਣਾ ਚਾਹੁੰਦਾ। ਗੱਲ ਵਿਚਲੀ ਆਵਾਜ਼ ਦੀ ਕਮਜ਼ੋਰੀ ਤੇ ਅਥਰੂਆਂ ਦੀ ਸ਼ਕਤੀ ਵੇਖ ਕੇ ਨਿਰਣਾ ਕਰਨਾ ਮੁਸ਼ਕਿਲ ਸੀ ਕਿ ਜੇਕਰ ਇੱਕ ਮਿੰਟ ਹੀ ਯੁੱਧ ਚੱਲਦਾ ਰਿਹਾ ਤਾਂ ਪਤਾ ਨਹੀਂ ਪਹਿਲਾਂ ਕੌਣ ਜਿੱਤੇਗਾ। ਆਖਿਰਕਾਰ ਦੋਵੇਂ ਇਕੱਠੇ ਨਿਕਲੇ, ਪਰ ਬਾਹਰ ਆਉਂਦਿਆਂ ਹੀ ਤਾਕਤਵਰ ਨੇ ਕਮਜ਼ੋਰ ਨੂੰ ਦਬੋਚ ਲਿਆ। ਸਿਰਫ ਇੰਨਾ ਹੀ ਮੂੰਹੋਂ ਨਿਕਲਿਆ, ਕੋਈ ਖਾਸ ਗੱਲ ਨਹੀਂ, ਤੁਸੀਂ ਤਾਂ ਉੱਧਰ ਹੀ ਜਾ ਰਹੇ ਹੋ। ਮੁਨਸ਼ੀ ਜੀ, ਮੈਂ ਮੁੰਡਿਆਂ ਨੂੰ ਪੁੱਛਿਆ ਸੀ ਤਾਂ ਉਹ ਕਹਿੰਦੇ ਸਨ ਕੱਲ ਬੈਠਾ ਪੜ੍ਹ ਰਿਹਾ ਸੀ, ਅੱਜ ਪਤਾ ਨਹੀਂ ਕੀ ਹੋ ਗਿਆ। ਨਿਰਮਲਾ ਨੇ ਜੋਸ਼ 'ਚ ਕੰਬਦਿਆਂ ਕਿਹਾ, ਇਹ ਸਾਰਾ ਕੁਝ ਤੁਸੀਂ ਹੀ ਕਰ ਰਹੇ ਹੋ। ਮੁਨਸ਼ੀ ਜੀ ਨੇ ਤਿਉੜੀਆਂ ਬਦਲ ਕੇ ਆਖਿਆ, ਮੈਂ ਕਰ ਰਿਹਾ ਹਾਂ? ਮੈਂ ਕੀ ਕਰ ਰਿਹਾ ਹਾਂ? ਨਿਰਮਲਾ, ਆਪਣੇ ਦਿਲ ਕੋਲੋਂ ਪੁੱਛੋ। ਮੁਨਸ਼ੀ ਜੀ, ਮੈਂ ਤਾਂ ਸੋਚਿਆ ਸੀ ਇੱਥੇ ਉਹਦਾ ਪੜ੍ਹਨ 'ਚ ਮਨ ਨਹੀਂ ਲੱਗਦਾ, ਉੱਥੇ ਦੂਸਰਾ ਮੁੰਡਿਆਂ ਨਾਲ ਜ਼ਬਰਦਸਤੀ ਪੜ੍ਹੇਗਾ। ਇਹ ਕੋਈ ਮਾੜੀ ਗੱਲ ਤਾਂ ਨਹੀਂ ਸੀ, ਹੋਰ ਮੈਂ ਕੀ ਕੀਤਾ ਏ? ਨਿਰਮਲਾ, ਜਰਾ ਸੋਚੋ, ਇਸੇ ਕਰਕੇ ਤੁਸੀਂ ਉਹਨੂੰ ਉੱਥੇ ਭੇਜਿਆ ਸੀ ਕਿ ਤੁਹਾਡੇ ਮਨ 'ਚ ਹੋਰ ਕੋਈ ਗੱਲ ਨਹੀਂ ਸੀ? ਮੁਨਸ਼ੀ ਜੀ ਥੋੜਾ ਠੜੰਬਰ ਗਏ ਅਤੇ ਆਪਣੀ ਕਮਜ਼ੋਰੀ ਨੂੰ ਲੁਕਾਉਣ ਖਾਤਰ ਹੱਸਣ ਦੀ ਕੋਸ਼ਿਸ਼ ਕਰਦੇ ਹੋਏ ਕਹਿਣ ਲੱਗੇ, ਹੋਰ ਕਿਹੜੀ ਗੱਲ ਹੋ ਸਕਦੀ ਹੈ, ਜ਼ਰਾ ਤੂੰ ਹੀ ਸੋਚ। ਨਿਰਮਲਾ, ਖੈਰ ਇਹੋ ਗੱਲ ਸਹੀ, ਪਰ ਹੁਣ ਤੁਸੀਂ ਕਿਰਪਾ ਕਰਕੇ ਉਹਨੂੰ ਅੱਜ ਹੀ ਲੈ ਆਓ। ਉੱਥੇ ਰਹਿਣ ਨਾਲ ਉਹਦੀ ਬਿਮਾਰੀ ਵੱਧ ਜਾਣ ਦਾ ਖਤਰਾ ਹੈ। ਇੱਥੇ ਜਿੰਨਾ ਦੀਦੀ ਖਿਆਲ ਰੱਖ ਸਕਦੀ ਹੈ, ਕੋਈ ਦੂਸਰਾ ਨਹੀਂ ਰੱਖ ਸਕਦਾ। ਇੱਕ ਪਲ ਬਾਅਦ ਉਹਨੇ ਸਿਰ ਥੱਲੇ ਕਰਕੇ ਕਿਹਾ, ਮੇਰੇ ਕਾਰਨ ਨਹੀਂ ਲਿਆਉਣਾ ਚਾਹੁੰਦੇ ਤਾਂ ਮੈਨੂੰ ਘਰ ਭੇਜ ਦਿਓ, ਮੈਂ ਉੱਥੇ ਆਰਾਮ ਨਾਲ ਰਹਿ ਸਕਦੀ ਹਾਂ। ਮੁਨਸ਼ੀ ਜੀ ਨੇ ਕੋਈ ਜਵਾਬ ਨਾ ਦਿੱਤਾ, ਬਾਹਰ ਚਲੇ ਗਏ ਤੇ ਇੱਕ ਪਲ 'ਚ ਗੱਡੀ ਸਕੂਲ ਵੱਲ ਤੁਰ ਪਈ। ਮਨਾ, ਤੇਰੀ ਗਤੀ ਵੀ ਕਿੰਨੀ ਅਜੀਬ ਹੈ, ਕਿੰਨੇ ਰਹੱਸ ਨਾਲ ਭਰੀ ਹੋਈ, ਕਿੰਨੀ ਭੇਦਪੂਰਨ। ਤੂੰ ਕਿੰਨੀ ਜਲਦੀ ਰੰਗ ਬਦਲਦਾ ਹੈ, ਇਸ ਕਲਾ 'ਚ ਤੂੰ ਨਿਪੁੰਨ ਹੈ। ਆਤਿਸ਼ਬਾਜ਼ੀ ਵਾਲੀ ਚਰਖੜੀ ਨੂੰ ਵੀ ਰੰਗ ਬਦਲਦਿਆਂ ਥੋੜੀ ਦੇਰ ਲੱਗਦੀ ਹੈ, ਪਰ ਤੈਨੂੰ ਰੰਗ ਬਦਲਣ 'ਚ ਉਹਦਾ ਕਣ ਮਾਤਰ ਵੀ ਸਮਾਂ ਨਹੀਂ ਲੱਗਦਾ। ਜਿੱਥੇ ਪਿਆਰ ਸੀ ਉੱਥੇ ਸ਼ੱਕ ਨੇ ਡੇਰਾ ਲਾ ਰੱਖਿਆ ਸੀ। ਉਹ ਸੋਚ ਰਹੇ ਸਨ ਕਿਤੇ ਉਹਨੇ ਬਹਾਨਾ ਤਾਂ ਨਹੀਂ ਬਣਾਇਆ। ਧੰਨਵਾਦ।